ਗੁਰੂ ਪਿਆਰਿਓ, ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਗੱਜ ਕੇ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਣਾ ਵਿਸ਼ਾ ਹੈ ਗੁਰੂ ਨਾਨਕ ਦੇ 3 ਪ੍ਰਮੁੱਖ ਫਰਮਾਨ। ਗੁਰੂ ਨਾਨਕ ਦੇ 3 ਪ੍ਰਮੁੱਖ ਫਰਮਾਨ: ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਗੁਰੂ ਨਾਨਕ ਦੀ ਵਿਚਾਰਧਾਰਾ ਸਮੇਂ ਦੀ ਲੋੜ ਵਿੱਚੋਂ ਪੈਦਾ ਹੋਈ ਨਿਵੇਕਲੀ, ਨਿਰਾਲੀ ਅਤੇ ਨਿਰਮਲ ਵਿਚਾਰਧਾਰਾ ਹੈ, ਜਿਸ ਦੀ ਅੱਜ ਸਾਰੀ ਸ੍ਰਿਸ਼ਟੀ ਨੂੰ ਡਾਢੀ ਲੋੜ ਹੈ, ਕਿਉਂਕਿ ਇਸ ਦੀ ਨੀਂਹ ਸੱਚ ਅਤੇ ਸੱਚੇ ਉੱਪਰ ਆਧਾਰਿਤ ਹੈ। ਅੱਜ ਆਪਾਂ ਗੱਲ ਕਰਾਂਗੇ ਗੁਰੂ ਨਾਨਕ ਦੇ 3 ਪ੍ਰਮੁੱਖ ਆਦੇਸ਼ਾਂ ਦੀ, 3 ਪ੍ਰਮੁੱਖ ਫਰਮਾਨਾਂ ਦੀ, ਜਿਹੜੇ ਹੈਗੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ। ਗੁਰੂ ਨਾਨਕ ਦੇ ਇਹ ਤਿੰਨੋਂ ਫਰਮਾਨ ਇੱਕ ਦੂਜੇ ਦੇ ਪੂਰਕ ਹਨ, ਅਲੱਗ ਅਲੱਗ ਨਹੀਂ ਕੀਤੇ ਜਾ ਸਕਦੇ। ਇਹ ਨਹੀਂ ਕਿ ਇੱਕ ਫਰਮਾਨ ਨੂੰ ਮੰਨ ਲਿਆ ਅਤੇ ਦੂਜੇ ਦੀ ਅਣਗੌਲੀ ਕਰ ਦਿੱਤੀ, ਇਸ ਤਰ੍ਹਾਂ ਨਹੀਂ ਗੱਲ ਬਣਨੀ। ਦੂਜੀ ਗੱਲ, ਇਹਨਾਂ ਆਦੇਸ਼ਾਂ ਦੀ ਤਰਤੀਬ ਵੀ ਇਸੇ ਤਰ੍ਹਾਂ ਹੀ ਲਾਗੂ ਕੀਤੀ ਜਾ ਸਕਦੀ ਹੈ, ਉਲਟ ਪੁਲਟ ਨਹੀਂ। ਪਹਿਲਾਂ ਨਾਮ ਜਪਣਾ ਹੀ ਜ਼ਰੂਰੀ ਹੈ, ਦੂਜੇ 'ਤੇ ਕਿਰਤ ਕਰਨੀ, ਅਤੇ ਤੀਜੇ 'ਤੇ ਤਾਂ ਹੀ ਪਹੁੰਚਾਂਗੇ ਜੇ ਪਹਿਲੇ 2 ਲਾਗੂ ਕਰਾਂਗੇ। ਸਿੱਧਾ ਹੀ ਤੀਜੇ 'ਤੇ ਨਹੀਂ ਪਹੁੰਚਣਾ, ਵੰਡ ਛਕਣ 'ਤੇ ਲੰਗਰ ਲਾ ਲਏ ਪਹਿਲਾਂ ਹੀ। ਇਹਨਾਂ ਦੀ ਬਿਜਾਈ, ਕਮਾਈ, ਛਕਾਈ ਇਸੇ ਤਰਤੀਬ ਵਿੱਚ ਹੋ ਸਕਦੀ ਹੈ। ਜੇ ਫਸਲ ਬੀਜੀ ਨਹੀਂ ਤਾਂ ਉਗਣੀ ਕਿੱਥੋਂ ਹੈ ਅਤੇ ਵਰਤਾਉਣੀ ਕਿੱਥੋਂ ਹੈ? ਸੋ ਸਭ ਤੋਂ ਪਹਿਲਾਂ ਧਿਆਨ ਰੱਖਣਾ ਕਿ ਇਹਨਾਂ ਆਦੇਸ਼ਾਂ ਨੂੰ, ਇਹਨਾਂ ਫਰਮਾਨਾਂ ਨੂੰ ਗੁਰੂ ਨਾਨਕ ਦੀ ਦੱਸੀ ਤਰਤੀਬ ਅਨੁਸਾਰ ਹੀ ਲਾਗੂ ਕਰਨਾ ਹੈ। ਇੱਥੇ ਇੱਕ ਗੱਲ ਹੋਰ ਸਪਸ਼ਟ ਕਰ ਦੇਵਾਂ ਕਿ ਬੰਦਾ ਸਿੰਘ ਬਹਾਦਰ ਨੇ ਆਪਣੇ ਪਹਿਲੇ ਖਾਲਸਾ ਰਾਜ ਦੌਰਾਨ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਿੱਖ ਰਾਜ ਦੌਰਾਨ ਇਹਨਾਂ ਤਿੰਨਾਂ ਹੀ ਫਰਮਾਨਾਂ ਨੂੰ ਪੂਰੀ ਤਰ੍ਹਾਂ ਆਪਣੇ ਰਾਜ ਵਿੱਚ ਲਾਗੂ ਕੀਤਾ। ਇਹੀ ਕਾਰਨ ਹੈ ਕਿ ਅੱਜ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਦੁਨੀਆ ਭਰ ਵਿੱਚ ਸਭ ਤੋਂ ਸ੍ਰੇਸ਼ਟ ਰਾਜ ਹੋ ਨਿਬੜਿਆ ਹੈ। ਹੁਣ ਆਪਾਂ ਇਕੱਲੇ ਫਰਮਾਨ ਦੀ ਵਿਚਾਰ ਕਰਦੇ ਹਾਂ। ਪਹਿਲਾ ਹੈ ਨਾਮ ਜਪੋ। ਸਭ ਤੋਂ ਪਹਿਲਾ ਆਦੇਸ਼ ਹੈ, ਮਤਲਬ ਹੈ ਪ੍ਰਭੂ ਨੂੰ ਯਾਦ ਕਰਨਾ, ਟੂ ਰਿਮੈਂਬਰ ਗੋਡ। ਅਕਾਲ ਪੁਰਖ ਨੂੰ ਯਾਦ ਕਰਨਾ, ਚੇਤੇ ਵਿੱਚ ਲਿਆਉਣਾ। ਹੁਣ ਅਕਾਲ ਪੁਰਖ ਨੂੰ ਅਸੀਂ ਦੇਖਿਆ ਨਹੀਂ, ਜਿਸ ਨੂੰ ਦੇਖਿਆ ਨਹੀਂ ਉਸ ਨੂੰ ਯਾਦ ਕਿਵੇਂ ਕੀਤਾ ਜਾ ਸਕਦਾ ਹੈ? ਅਸੀਂ ਆਪਣੇ ਭੈਣਾਂ ਭਰਾਵਾਂ, ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨੂੰ ਤਾਂ ਯਾਦ ਕਰ ਸਕਦੇ ਹਾਂ, ਕਿਉਂਕਿ ਉਹ ਵੇਖੇ ਹਨ, ਉਹਨਾਂ ਦੀ ਤਸਵੀਰ ਸਾਡੀ ਅੱਖਾਂ ਸਾਹਮਣੇ ਆ ਜਾਂਦੀ ਹੈ। ਪਰ ਅਕਾਲ ਪੁਰਖ ਨੂੰ ਕਿਵੇਂ ਯਾਦ ਕੀਤਾ ਜਾਵੇ? ਸੋ ਅਸਲ ਵਿੱਚ ਅਕਾਲ ਪੁਰਖ ਦਾ ਸਰੂਪ ਹੈ ਕਿ ਇਹ ਸਮਝਣਾ ਪਵੇਗਾ। ਪਹਿਲਾ ਪਹਿਲ ਅਕਾਲ ਪੁਰਖ ਸੁੰਨ ਸਮਾਧ ਵਿੱਚ ਸੀ, ਕੋਈ ਸੰਸਾਰ ਜਾਂ ਸ੍ਰਿਸ਼ਟੀ ਨਹੀਂ ਸੀ, ਸ਼ੂਨਯ ਸਥਿਤੀ ਵਿੱਚ ਕੋਈ ਹਰਕਤ ਜਾਂ ਹਲਚਲ ਨਹੀਂ ਸੀ। ਫਿਰ ਜਦੋਂ ਕੀਤਾ ਪਸਾਓ, ਏਕੋ ਕਬਾਓ, ਤਿਸ ਤੇ ਹੋਏ ਲੱਖ ਦਰਿਆਓ। ਜਾਣੀ ਸਾਚੇ ਤੇ ਪਵਣਾ ਭਇਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰਿਭੁਵਨ ਸਾਜਿਆ, ਘਟ ਘਟ ਜੋਤ ਸਮੋਏ, ਨਿਰਮਲ ਮੈਲਾ ਨਾ ਥੀਏ, ਸ਼ਬਦ ਰਤੇ ਪਤ ਹੋਏ। ਕਹਿਣ ਤੋਂ ਭਾਵ ਉਸਨੇ ਆਪਣੇ ਇੱਕੋ ਹੀ ਖਿਆਲ ਨਾਲ ਆਪਣੇ ਆਪ ਦਾ ਪਸਾਰਾ ਕਰ ਲਿਆ, ਸੁੰਨ ਅਵਸਥਾ ਛੱਡ ਕੇ। ਜਾਣੇ ਉਸਨੇ ਆਪਣੇ ਆਪ ਨੂੰ ਆਪ ਹੀ ਪ੍ਰਗਟ ਕੀਤਾ। ਇੱਕੋ ਵਾਰ ਹੀ ਸਾਰਾ ਸੰਸਾਰ, ਬ੍ਰਹਮੰਡ, ਪਵਨ, ਜਲ, ਦਰਿਆਓ, ਪਰਬਤ, ਨਦੀਆਂ, ਨਾਲੇ, ਜੀਵ ਜੰਤੂ ਪੈਦਾ ਕਰ ਦਿੱਤੇ, ਕੁਦਰਤ ਬਣਾ ਦਿੱਤੀ। ਫਿਰ ਆਪਣੀ ਬਣਾਈ ਇਸ ਸ੍ਰਿਸ਼ਟੀ ਵਿੱਚ, ਆਪਣੀ ਬਣਾਈ ਇਸ ਕੁਦਰਤ ਵਿੱਚ ਜੋਤ ਰੂਪ, ਪ੍ਰਕਾਸ਼ ਰੂਪ ਬਣ ਕੇ ਸਮੋ ਕੇ ਇਸ ਵਿੱਚ ਬੈਠ ਗਿਆ ਆਪ ਵੀ। ਇਸ ਤਰ੍ਹਾਂ ਪਤਾ ਲੱਗਦਾ ਹੈ ਕਿ ਹੁਣ ਉਹ ਇੱਕ ਵੱਖਰੀ ਹਸਤੀ ਵਿੱਚ ਨਹੀਂ ਰਹਿੰਦਾ, ਹੁਣ ਉਹ ਇੱਕ ਵੱਖਰੀ ਬਸਤੀ ਵਿੱਚ ਨਹੀਂ ਵਸਦਾ। ਹੁਣ ਤਾਂ ਜੋ ਦਿਸੈ ਸੋ ਤੇਰਾ ਰੂਪ, ਜਾਣੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਾਂ ਆਪਾਂ ਕਹਿ ਸਕਦੇ ਹਾਂ ਜੇਤਾ ਕੀਤਾ ਤੇਤਾ ਨੋ, ਜੋ ਵੀ ਆਪਾਂ ਦੇਖਦੇ ਹਾਂ ਜਿਹੜਾ ਉਸਨੇ ਬਣਾਇਆ ਸਾਰਾ ਉਹਦਾ ਨਾਂ ਹੀ ਆ,
ਸਾਰਾ ਉਹਦਾ ਰੂਪ ਹੀ ਹੈ। ਹੁਣ ਗੱਲ ਆ ਜਾਂਦੀ ਹੈ ਨਾਮ ਦੀ। ਨਾਮ ਦਾ ਮਤਲਬ ਨਾਮ ਦੀ। ਨਾਮ ਕੀ ਹੈ? ਅਕਾਲ ਪੁਰਖ ਨੇ ਇਸ ਬਣਾਈ ਹੋਈ ਸ੍ਰਿਸ਼ਟੀ ਨੂੰ ਚਲਾਉਣ ਲਈ ਇੱਕ ਨਿਯਮ ਸਥਾਪਿਤ ਕੀਤਾ, ਇੱਕ ਵਿਧਾਨ ਤਿਆਰ ਕੀਤਾ, ਇੱਕ ਇੱਕ ਸਿਸਟਮ ਬਣਾਇਆ ਜਿਸ ਨੂੰ ਹੁਕਮ ਕਿਹਾ ਗਿਆ। ਹੁਣ ਸਾਰੇ ਸੰਸਾਰ ਵਿੱਚ ਜੋ ਵੀ ਵਰਤਾਰਾ ਵਰਤ ਰਿਹਾ ਉਹ ਸਭ ਉਸ ਹੁਕਮ ਅਨੁਸਾਰ, ਉਸ ਸਿਸਟਮ ਅਨੁਸਾਰ, ਉਸ ਹੁਕਮ ਦੇ ਅਧੀਨ ਵਰਤ ਰਿਹਾ। ਇਸ ਤੋਂ ਬਾਹਰ ਕੁਝ ਵੀ ਨਹੀਂ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਅਸਲ ਵਿੱਚ ਇਸ ਹੁਕਮ ਦਾ ਹੀ ਦੂਜਾ ਨਾਮ ਨਾਮ ਹੈ। ਨਾਮ ਤੋਂ ਮਤਲਬ ਕਿ ਉਸ ਦੇ ਹੁਕਮ ਨੂੰ ਚੰਗੀ ਤਰ੍ਹਾਂ ਸੁਣਨਾ, ਉਸ ਨੂੰ ਚੰਗੀ ਤਰ੍ਹਾਂ ਸਮਝਣਾ, ਫਿਰ ਉਸ ਹੁਕਮ ਨੂੰ ਮੰਨਣਾ ਅਤੇ ਉਸ ਉੱਪਰ ਭਰੋਸਾ ਕਰਕੇ ਉਸ ਹੁਕਮ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ, ਆਪਣਾ ਜੀਵਨ ਉਹਦੇ ਅਨੁਸਾਰ ਚਲਾਉਣਾ ਹੈ। ਨਾਮ ਤੋਂ ਮਤਲਬ ਹੋਇਆ ਕਿ ਅਕਾਲ ਪੁਰਖ ਦੇ ਗੁਣਾਂ ਨੂੰ ਯਾਦ ਕੀਤਾ ਜਾਵੇ। ਅਕਾਲ ਪੁਰਖ ਦੇ ਗੁਣਾਂ ਨੂੰ ਯਾਦ ਕੀਤਾ ਜਾਵੇ, ਉਹਦੇ ਗੁਣ ਚੇਤੇ ਵਿੱਚ ਰੱਖੇ ਜਾਣ ਅਤੇ ਉਹਨਾਂ ਨੂੰ ਮਨ ਵਿੱਚ ਵਸਾਇਆ ਜਾਵੇ। ਮੂਲ ਮੰਤਰ ਵਿੱਚ ਅਕਾਲ ਪੁਰਖ ਦੇ 12 ਗੁਣਾਂ ਦਾ ਵਿਵਰਣ ਮਿਲਦਾ। ਜਦੋਂ ਅਸੀਂ ਮੂਲ ਮੰਤਰ ਪੜ੍ਹ ਰਹੇ ਹੋਵਾਂਗੇ ਅਤੇ ਜੇ ਅਸੀਂ ਮੂਲ ਮੰਤਰ ਦੇ ਅਰਥ ਸਮਝ ਲਏ, ਅਸੀਂ ਇਹਨਾਂ 12 ਗੁਣਾਂ ਨੂੰ ਯਾਦ ਕਰ ਰਹੇ ਹੋਵਾਂਗੇ। ਜੇ ਅਸੀਂ ਅਰਥ ਇਹ ਮੂਲ ਮੰਤਰ ਦੇ ਸਮਝ ਲਏ ਤਾਂ ਜਦੋਂ ਅਸੀਂ ਮੂਲ ਮੰਤਰ ਸਹਿਜੇ ਸਹਿਜੇ ਪੜ੍ਹਾਂਗੇ ਤਾਂ ਅਸੀਂ ਉਹ 12 ਗੁਣਾਂ ਨੂੰ ਯਾਦ ਕਰ ਰਹੇ ਹੋਵਾਂਗੇ। ਜਾਣੀ ਇਨਡਾਇਰੈਕਟਲੀ ਅਸੀਂ ਅਕਾਲ ਪੁਰਖ ਨੂੰ ਯਾਦ ਕਰ ਰਹੇ ਹੋਵਾਂਗੇ। ਹੌਲੀ ਹੌਲੀ ਸਹਿਜੇ ਸਹਿਜੇ ਇਹ ਗੁਣ ਸਾਡੇ ਅੰਦਰ ਵੀ ਆਉਣ ਲੱਗਦੇ ਹਨ। ਮਕਸਦ ਹੀ ਇਹ ਹੈ ਕਿ ਅਸੀਂ ਇਹ ਗੁਣ ਆਪਣੇ ਅੰਦਰ ਧਾਰਨ ਕਰਨੇ ਹਨ ਅਤੇ ਆਪਣੇ ਜੀਵਨ ਵਿੱਚ ਇਹਨਾਂ ਦਾ ਪ੍ਰਯੋਗ ਵੀ ਕਰਨਾ ਹੈ। ਇਹੀ ਅਕਾਲ ਪੁਰਖ ਨੂੰ ਯਾਦ ਕਰਨਾ, ਇਹੀ ਹੈ ਨਾਮ ਜਪਣਾ। ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਗੁਣ ਧਾਰਨ ਕਰਨੇ ਪੈਣਗੇ, ਫਿਰ ਇਹੀ ਭਗਤੀ ਆ। ਇਸ ਦਾ ਮਤਲਬ ਇਹ ਹੋਇਆ ਕਿ ਇੱਥੇ ਇਸ਼ਾਰਾ ਗੁਰਬਾਣੀ ਵਾਲਾ, ਗੁਰਬਾਣੀ ਪੜ੍ਹਨ ਸੁਣਨ ਅਤੇ ਸਮਝਣ ਵਾਲਾ। ਗੁਰਬਾਣੀ ਵਿੱਚ ਵੀ ਆਉਂਦਾ, ਆਇਓ ਪੜ੍ਹਨ ਸੁਣਨ ਕੋ ਬਾਣੀ, ਵੀ ਐ ਮਨੁੱਖ ਤੂੰ ਗੁਰਬਾਣੀ ਪੜ੍ਹਨ ਸੁਣਨ ਵਾਸਤੇ ਆਇਆ ਇੱਥੇ। ਗਾਵੋ ਸੁਣੋ ਪੜ੍ਹੋ ਨਿਤ ਭਾਈ। ਗੁਰਬਾਣੀ ਪੜ੍ਹਨ ਨਾਲ ਸਾਨੂੰ ਸਿੱਖਿਆ ਮਿਲੂਗੀ, ਵਿੱਦਿਆ ਮਿਲੂਗੀ, ਸਾਡੀ ਸਮਝ ਉੱਚੀ ਹੋਊਗੀ, ਸੇਵਾ ਭਾਵਨਾ ਉਤਪੰਨ ਹੋਵੇਗੀ, ਦਇਆ, ਧਰਮ, ਸੰਤੋਖ, ਸਹਿਜ ਵਰਗੇ ਗੁਣ ਆਪਣੇ ਅੰਦਰ ਪੈਦਾ ਹੋਣਗੇ। ਅਸੀਂ ਪਰਉਪਕਾਰੀ ਬਿਰਤੀ ਦੇ ਬਣਨ ਲੱਗਾਂਗੇ, ਅਸੀਂ ਪਰਉਪਕਾਰੀ ਬਣਨ ਲੱਗਾਂਗੇ। ਹੁਕਮ ਦੀ ਹੋਰ ਸੋਝੀ ਪਵੇਗੀ, ਹਉਮੈ ਦੂਰ ਹੋਵੇਗੀ, ਨਿਮਰਤਾ ਆਏਗੀ ਸਾਡੇ ਅੰਦਰ। ਅਸੀਂ ਹੋਰ ਅਧਿਐਨ ਅਤੇ ਖੋਜ ਵੱਲ ਤੁਰਾਂਗੇ, ਸਾਧ ਸੰਗਤ ਬਣੇਗੀ, ਗੁਰਦੁਆਰਾ ਬਣੇਗਾ, ਸਿੱਖਿਆ, ਸਕੂਲ, ਕਾਲਜ, ਯੂਨੀਵਰਸਿਟੀ ਦਾ ਮੁੱਢ ਵੱਜੇਗਾ। ਸਿਮਰਨ, ਜਾਪ, ਗੁਰਮੁਖੀ ਲਿਪੀ, ਬੋਲੀ, ਸਾਹਿਤ, ਇਤਿਹਾਸ, ਹੋਰ ਧਰਮਾਂ ਦੀ ਜਾਣਕਾਰੀ, ਵਿਰਸਾ, ਸੱਭਿਆਚਾਰ ਅਤੇ ਉੱਚੇ ਸੁੱਚੇ ਕਿਰਦਾਰ ਦੀ ਉਸਾਰੀ ਹੋਵੇਗੀ। ਸੰਸਾਰਕ ਵਿੱਦਿਆ ਨੂੰ ਵੀ ਇਸੇ ਫਰਮਾਨ ਅਨੁਸਾਰ ਪ੍ਰਸਾਰਿਆ ਜਾ ਸਕਦਾ ਹੈ, ਕਿਉਂਕਿ ਉਹ ਵਿੱਦਿਆ ਜਿਸ ਵਿੱਚ ਅਕਾਲ ਪੁਰਖ ਆਪ ਸ਼ਾਮਲ ਹੋਣਗੇ ਉਹ ਹੋਰ ਵੀ ਚੰਗੇਰੀ, ਉਚੇਰੀ, ਫੁਕੇਰੀ ਹੋਵੇਗੀ। ਗੁਰਦੁਆਰਾ ਇਸ ਦਾ ਮੁੱਢ ਹੋ ਸਕਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਵਾਈ, ਹੋਰ ਧਾਰਮਿਕ ਇਤਿਹਾਸਿਕ ਕਿਤਾਬਾਂ ਦੀ ਛਪਵਾਈ ਇਸੇ ਅਧੀਨ ਹੋ ਸਕਦੀ ਹੈ। ਨਾਮ ਜਪੋ ਇੱਕ, ਮੈਂ ਕਹਿੰਦਾ ਇੱਕ ਮਿਨਿਸਟਰੀ ਆ। ਇਹ ਇਕੱਲਾ ਨਾਮ ਜਪਣਾ ਹੀ ਨਹੀਂ, ਇਸ ਨੂੰ ਇੱਕ ਪੂਰਾ ਸਿੱਖਿਆ ਬੋਰਡ, ਸਿੱਖਿਆ ਵਿਭਾਗ ਵਾਂਗ ਸਮਝਿਆ ਜਾਵੇ ਤਾਂ ਹੀ ਇਹ ਆਦੇਸ਼ ਪੂਰੀ ਤਰ੍ਹਾਂ ਲਾਗੂ ਹੁੰਦਾ ਵਿਖਾਈ ਦੇਵੇਗਾ। ਹੁਣ ਆਪਾਂ ਅੱਗੇ ਚੱਲਦੇ ਹਾਂ। ਕਿਰਤ ਕਰੋ। ਦੂਸਰਾ ਸਿਧਾਂਤ, ਦੂਸਰਾ ਫਰਮਾਨ, ਕਿਰਤ ਕਰਨਾ। ਜਾਣੀ ਕਿਰਤ ਕਰਨਾ ਮਤਲਬ ਕੁਛ ਅਰਨ ਕਰਨਾ, ਕੁਛ ਕਮਾਉਣਾ, ਕੁਛ ਰਚਨਾ ਕਰਨੀ, ਕੁਛ ਸਿਰਜਣਾ ਕਰਨੀ। ਜਾਣੀ ਦੂਜੇ ਲਫ਼ਜ਼ਾਂ 'ਚ ਕਹੀਏ ਕਿ ਮੂਲ ਮੰਤਰ ਦੇ ਵਿੱਚ ਜੋ ਕਰਤਾ ਪੁਰਖ ਦਾ ਗੁਣ ਹੈ, ਉਸ ਗੁਣ ਦੀ ਵਰਤੋਂ ਕਰਨੀ। ਕਰਤਾ ਪੁਰਖ ਦੇ ਗੁਣ ਦੀ ਵਰਤੋਂ ਕਰਨੀ, ਇਹ ਕਿਰਤ ਕਰਨੀ ਹੈ। ਸਿੱਧਾ ਸਿੱਧਾ ਜਿਹਾ ਮਤਲਬ ਇਹਦਾ ਇਹ ਨਿਕਲਦਾ ਕਿ ਆਪਣੀ ਰੋਜੀ ਰੋਟੀ ਕਮਾਉਣੀ,
ਜਿਵੇਂ ਕੋਈ ਕਿਸਾਨ ਖੇਤੀਬਾੜੀ ਕਰਦਾ, ਫਸਲ ਬੀਜਦਾ, ਵੱਢਦਾ, ਦਾਲਾਂ ਸਬਜ਼ੀਆਂ ਫਲ ਬੂਟੇ ਉਗਾਉਂਦਾ, ਪਸ਼ੂ ਪਾਲਦਾ, ਡੇਅਰੀ ਦਾ ਧੰਦਾ ਕਰਦਾ, ਦੁੱਧ ਘਿਓ ਮੱਖਣ ਲੱਸੀ ਬਣਾ ਕੇ ਵਰਤਦਾ ਵਰਤਾਉਂਦਾ, ਛੋਟੇ ਛੋਟੇ ਉਦਯੋਗ ਧੰਦੇ ਵੀ ਕਰਦਾ, ਜਿਵੇਂ ਖੇਤੀ ਦੇ ਸੰਦ ਔਜ਼ਾਰ ਬਣਾਉਣਾ, ਰਿਪੇਅਰ ਕਰਨਾ, ਮਸ਼ੀਨਾਂ ਟਰੈਕਟਰ ਟਰਾਲੀਆਂ ਦੀ ਵਰਤੋਂ ਕਰਨਾ। ਇਸ ਤਰ੍ਹਾਂ ਹੀ ਹੋਰ ਕਈ ਕਾਰੋਬਾਰ ਕਰਦਾ, ਹੋਰ ਕੋਈ ਕਾਰੋਬਾਰ ਕਰਦਾ, ਕੋਈ ਦੁਕਾਨ ਕਰਦਾ, ਕੋਈ ਫੈਕਟਰੀ ਚਲਾਉਂਦਾ, ਮਜ਼ਦੂਰੀ ਕਰਦਾ, ਕੋਈ ਨੌਕਰੀ ਕਰਦਾ। ਇਹ ਸਭ ਕਿਰਤ ਕਰਦੇ ਨੇ। ਕਹਿਣ ਤੋਂ ਮਤਲਬ ਹੈ ਕਿ ਕੰਮ ਕਰਨਾ ਹੈ, ਵਿਹਲੇ ਨਹੀਂ ਬੈਠਣਾ, ਕੁਝ ਸਿਰਜਣਾ ਹੈ, ਮੰਗਤੇ ਨਹੀਂ ਬਣਨਾ, ਦਾਨੀ ਬਣਨਾ। ਕਿਰਤ ਕਰਨ ਨਾਲ ਕੁਦਰਤੀ ਵਰਸ਼ਿਸ਼ ਹੋ ਜਾਂਦੀ ਹੈ, ਜਿਸ ਨਾਲ ਸਰੀਰ ਅਤੇ ਮਨ ਦੋਨੋਂ ਠੀਕ ਰਹਿੰਦੇ ਨੇ। ਮਨ ਪ੍ਰਸੰਨ ਰਹਿੰਦਾ, ਬਿਮਾਰੀ ਨੇੜੇ ਨਹੀਂ ਢੁੱਕਦੀ, ਮਾੜੇ ਵਿਚਾਰ ਹਾਵੀ ਨਹੀਂ ਹੁੰਦੇ, ਪੰਜਾਂ ਵਿਕਾਰਾਂ ਤੋਂ ਛੁਟਕਾਰਾ ਮਿਲ ਜਾਂਦਾ, ਚੜ੍ਹਦੀ ਕਲਾ ਬਣੀ ਰਹਿੰਦੀ ਹੈ। ਜਿੰਨੀ ਮਰਜ਼ੀ ਕਮਾਈ ਕਰੋ, ਜਿੰਨੀ ਮਰਜ਼ੀ ਤਰੱਕੀ ਕਰੋ, ਗੁਰਬਾਣੀ ਕਹਿੰਦੀ ਜਿੰਨੇ ਮਰਜ਼ੀ ਸੁੱਖ ਮਾਣੋ, ਕਰੋ ਇੰਜੋਏ, ਉਦਮ ਕਰਦਿਆਂ ਜੀਓ ਤੂੰ ਕਮਾਉਂਦਿਆਂ ਸੁੱਖ ਪਹੁੰਚ। ਜਿੰਨੀ ਮਰਜ਼ੀ ਰਿਸਰਚ ਕਰ, ਜਿੰਨੀ ਮਰਜ਼ੀ ਖੋਜ ਕਰ। ਮੈਂ ਕਿਰਤ ਨੂੰ ਹੋਰ ਤਰ੍ਹਾਂ ਵੀ ਸਮਝਦਾ ਕਿ ਉੱਤਮ ਵਿਚਾਰਾਂ ਦੀ, ਖਿਆਲਾਂ ਦੀ, ਉੱਤਮ ਗੁਣਾਂ ਦੀ ਵੀ ਕਿਰਤ ਕਮਾਈ ਕੀਤੀ ਜਾਣੀ ਚਾਹੀਦੀ ਹੈ। ਉੱਚੇ ਅਤੇ ਸੁੱਚੇ ਕਿਰਦਾਰ ਦੀ ਵੀ ਸਿਰਜਣਾ ਕਰਨੀ ਚਾਹੀਦੀ ਹੈ, ਜੋ ਚੰਗੇ ਗੁਣਾਂ ਦੀ ਖੇਤੀ ਕੀਤਿਆਂ ਹੀ ਸੰਭਵ ਹੈ। ਆਪਣੀ ਇਸ ਖੇਤੀ ਦੀ ਸੰਭਾਲ ਕਰਦੇ ਹੋਏ ਇਸ ਵਿੱਚ ਆਪੇ ਉੱਗੇ ਵਿਕਾਰ ਰੂਪੀ ਨਦੀਨ ਕਾਂਗਿਆਰੀ ਨੂੰ ਵੀ ਚੁਣ ਚੁਣ ਕੇ ਕੱਢਣਾ ਜ਼ਰੂਰੀ ਹੈ। ਇਹੀ ਉੱਤਮ ਖੇਤੀ ਹੋਵੇਗੀ, ਉੱਤਮ ਕਿਰਤ ਹੋਵੇਗੀ। ਹੁਣ ਆਪਾਂ ਅੱਗੇ ਤੀਜੇ ਸਿਧਾਂਤ ਵੱਲ ਵੱਧਦੇ ਹਾਂ। ਤੀਜਾ ਫਰਮਾਨ ਹੈ ਵੰਡ ਛਕੋ। ਵੰਡ ਛਕੋ ਮਤਲਬ ਵੰਡ ਕੇ ਛਕਣਾ, ਸ਼ੇਅਰ ਕਰਨਾ, ਰਲ ਮਿਲ ਕੇ ਛਕਣਾ, ਸਾਂਝੇ ਤੌਰ 'ਤੇ ਸਾਂਝ ਪਾ ਲੈਣੀ ਕਿਸੇ ਚੀਜ਼ ਦੇ ਵਿੱਚ। ਜਾਣੀ ਆਪਣੀ ਕੀਤੀ ਹੋਈ ਕਮਾਈ, ਭਾਵੇਂ ਉਹ ਭੋਜਨ ਤੋਂ ਲੈ ਕੇ ਕੋਈ ਹੋਰ ਚੀਜ਼ ਆ, ਉਹਨੂੰ ਮਿਲ ਜੁਲ ਕੇ ਵਰਤਣਾ। ਜਿਵੇਂ ਰੋਟੀ ਆ, ਕੱਪੜਾ, ਮਕਾਨ ਆ, ਭਾਂਡੇ ਨੇ, ਬਰਤਨ ਆ, ਸੰਦ, ਔਜ਼ਾਰ, ਮਸ਼ੀਨਾਂ, ਗੱਡੀਆਂ, ਕਾਰਾਂ, ਟਰੈਕਟਰ ਟਰਾਲੀਆਂ, ਬਾਈਕ, ਸਾਈਕਲ, ਅਨੇਕਾਂ ਹੀ ਸਮਾਨ ਜਿਨ੍ਹਾਂ ਨੂੰ ਆਪਾਂ ਮਿਲ ਕੇ ਵਰਤ ਸਕਦੇ ਹਾਂ। ਇਸ ਤੋਂ ਉਹਨਾਂ ਦੀ ਸਾਂਝ ਪਾ ਸਕਦੇ ਹਾਂ, ਉਹਨਾਂ ਨੂੰ ਸ਼ੇਅਰ ਕਰ ਸਕਦੇ ਹਾਂ। ਇਸ ਤੋਂ ਬਿਨਾਂ ਗਿਆਨ, ਵਿਗਿਆਨ, ਟੈਕਨੋਲੋਜੀ ਅੱਜ ਦੀ ਵੀ ਸਾਂਝ ਪਾਉਣੀ ਹੈ। ਪਦਾਰਥਾਂ ਤੋਂ ਬਿਨਾਂ ਵਿਚਾਰਾਂ ਦੀ, ਭਾਵਨਾਵਾਂ ਦੀ ਵੀ ਸਾਂਝ ਪਾਉਣੀ ਹੈ। ਦੁੱਖ ਸੁੱਖ ਦੀ ਵੀ ਸਾਂਝ ਪਾਉਣੀ ਹੈ। ਭੀੜ ਸਮੇਂ, ਔਖੇ ਸਮੇਂ, ਬਿਮਾਰੀ ਸਮੇਂ, ਆਫਤ ਸਮੇਂ ਇੱਕ ਦੂਜੇ ਦੀ ਮਦਦ ਕਰਨੀ ਹੈ। ਇਹ ਸ਼ੇਅਰ ਕਰਨਾ ਹੀ ਮਤਲਬ ਇੱਕ ਕੇਅਰ ਕਰਨਾ ਵਾ। ਇਹ ਮਤਲਬ ਇੱਕ ਦੂਜੇ ਦਾ ਖਿਆਲ ਰੱਖਣਾ। ਸੋਸ਼ਲ ਮੀਡੀਆ 'ਤੇ ਅਸੀਂ ਬੜਾ ਕੁਝ ਸ਼ੇਅਰ ਕਰਦੇ ਹਾਂ, ਪਰ ਇਹਨਾਂ ਵਿੱਚ ਬਹੁਤਾ ਕੁਝ ਜਿਹੜਾ ਨਿਕੰਮਾ ਅਤੇ ਅਣਪਰਖਿਆ ਹੀ ਹੁੰਦਾ, ਬਹੁਤੀ ਵਾਰ ਹਾਨੀਕਾਰਕ ਵੀ ਸਿੱਧ ਹੁੰਦਾ। ਪਿਛਲੇ 2 ਸਾਲਾਂ ਦੌਰਾਨ ਸੰਸਾਰ ਜਿਹੜਾ ਉਹ ਕਰੋਨਾ ਮਹਾਂਮਾਰੀ ਨਾਲ ਜੂਝਦਾ ਰਿਹਾ। ਜਿਸ ਦੌਰਾਨ ਸਿੱਖ ਕੌਮ ਦੇ ਯੋਧਿਆਂ ਨੇ ਗੁਰੂ ਨਾਨਕ ਦੇ ਇਸ ਵੰਡ ਛਕੋ ਵਾਲੇ ਫਰਮਾਨ ਦੀ ਵਰਤੋਂ ਕਰਦੇ ਹੋਏ ਦੁਨੀਆ ਭਰ ਵਿੱਚ ਆਪਣੀ ਬਹਾਦਰੀ ਦੇ ਜੌਹਰ ਦਿਖਾਏ। ਸਾਰੇ ਸੰਸਾਰ ਨੇ ਸਿੱਖ ਕੌਮ ਦੀ ਬਾਰ-ਬਾਰ ਪ੍ਰਸ਼ੰਸਾ ਕੀਤੀ, ਵਾਹ-ਵਾਹ ਕੀਤੀ। ਅਮਰੀਕਾ, ਕੈਨੇਡਾ ਨੇ ਤਾਂ ਇੱਥੋਂ ਤੱਕ ਕਿਹਾ ਉਹਨਾਂ ਦੇ ਰਾਸ਼ਟਰਪਤੀਆਂ ਨੇ ਕਿ ਇਹ ਗੁਰਦੁਆਰਾ ਤਾਂ ਹਰੇਕ ਸ਼ਹਿਰ ਵਿੱਚ ਹੋਣਾ ਚਾਹੀਦਾ, ਇਹ ਸਿੱਖ ਹਰੇਕ ਮਤਲਬ ਸ਼ਹਿਰ ਵਿੱਚ ਹੋਣੇ ਚਾਹੀਦੇ ਨੇ। ਸਿੱਖਾਂ ਨੇ ਹਸਪਤਾਲਾਂ ਵਿੱਚ ਦਾਖਲ ਪੀੜਤਾਂ ਲਈ ਮੁੱਕਦੇ ਜਾਂਦੇ ਸਾਹਾਂ ਲਈ ਸਾਹ ਵੀ ਪ੍ਰਦਾਨ ਕੀਤੇ, ਆਕਸੀਜਨ ਦੇ ਸਿਲੰਡਰ ਮੁਫਤ ਭੇਜੇ। ਇਸ ਤੋਂ ਬਿਨਾਂ ਲੰਗਰ, ਪੈਸਾ, ਕੱਪੜਾ, ਦਵਾਈਆਂ, ਰਿਹਾਇਸ਼ ਦਾ ਪ੍ਰਬੰਧ ਵੀ ਬਿਨਾਂ ਭੇਦਭਾਵ ਦੇ ਸਭ ਲਈ ਕੀਤਾ। ਕੋਈ ਜਾਤ ਪਾਤ ਨਹੀਂ ਦੇਖੀ, ਕੋਈ ਗਰੀਬ ਅਮੀਰ ਨਹੀਂ ਦੇਖਿਆ, ਸਭ ਲਈ। ਇਸੇ ਫਰਮਾਨ ਨੂੰ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਅਪਣਾਇਆ। ਜਿਵੇਂ ਸੰਸਾਰ ਵਿੱਚ ਜਿੱਥੇ ਕਿਤੇ ਵੀ ਕੋਈ ਆਫਤ ਆਉਂਦੀ ਹੈ, ਖਾਲਸਾ ਏਡ ਸੰਸਥਾ ਸਭ ਤੋਂ ਪਹਿਲਾਂ ਉੱਥੇ ਪਹੁੰਚਦੀ ਹੈ। ਉਹ ਵੀ ਕੋਈ ਜਾਤ ਪਾਤ ਨਹੀਂ ਦੇਖਦੇ, ਕੋਈ ਅਮੀਰ ਜਾਂ ਕੋਈ ਨਹੀਂ ਦੇਖਦੇ। ਉਹ ਜਿੱਥੇ ਲੋੜ ਆ, ਇਹਦਾ ਸਿਧਾਂਤ ਹੀ ਗੁਰੂ ਨਾਨਕ ਦਾ ਹੈ ਕਿ ਜਿੱਥੇ ਲੋੜ ਆ ਉੱਥੇ ਮਦਦ ਕਰਨੀ ਆ। ਇਸੇ ਤਰ੍ਹਾਂ ਹੀ ਨੇਕੀ ਦੀ ਦੁਕਾਨ, ਤੇਰਾ ਮੇਰਾ, ਤੇਰਾ ਤੇਰਾ ਆਦਿ ਸੰਸਥਾਵਾਂ ਨੇ ਘਰੇਲੂ ਸਮਾਨ, ਟੀਵੀ, ਫਰਿੱਜ, ਵਾਸ਼ਿੰਗ ਮਸ਼ੀਨਾਂ,
ਮਿਕਸਰ, ਗ੍ਰਾਈਂਡਰ, ਕੱਪੜੇ, ਜੁੱਤੀਆਂ, ਕੰਪਿਊਟਰ, ਲੈਪਟਾਪ, ਬੁੱਕਸ, ਗੇਮਸ, ਸੰਦ, ਔਜ਼ਾਰ, ਭਾਂਡੇ, ਬਰਤਨ ਆਦਿ ਅਨੇਕਾਂ ਹੀ ਲੋੜਵੰਦ ਲੋਕਾਂ ਨੂੰ ਮੁਫਤ ਜਾਂ ਸਿਰਫ ਥੋੜ੍ਹੇ ਜੀ ਲਾਗਤ ਦੇ ਵਿੱਚ 13 ਰੁਪਏ ਵਿੱਚ ਜਾਂ 1 ਰੁਪਏ ਵਿੱਚ ਦੇਣ ਦਾ ਉੱਤਮ ਉਪਰਾਲਾ ਕੀਤਾ। ਗੁਰੂ ਨਾਨਕ ਮੋਦੀਖਾਨੇ ਦੇ ਨਾਮ ਹੇਠ ਵੀ ਚੰਗਾ ਉਪਰਾਲਾ ਹੋ ਰਿਹਾ ਹੈ। ਬਾਹਰਲੇ ਮੁਲਕਾਂ ਵਿੱਚ ਕਈ ਹੋਟਲਾਂ, ਢਾਬਿਆਂ ਜਾਂ ਰੈਸਟੋਰਾਂਵਾਂ ਵਿੱਚ ਲੋਕ ਖਾਣਾ ਖਾਣ ਸਮੇਂ ਇੱਕ ਦੀ ਥਾਂ 2 ਖਾਣਿਆਂ ਦੇ ਪੈਸੇ ਦੇ ਦਿੰਦੇ ਆ ਅਤੇ ਇੱਕ ਖਾਣੇ ਦੇ ਪੈਸੇ ਕਿਸੇ ਲੋੜਵੰਦ ਲਈ ਜਮ੍ਹਾਂ ਹੋ ਜਾਂਦੇ ਨੇ। ਇਸੇ ਤਰ੍ਹਾਂ ਹੀ ਜਦੋਂ ਕੋਈ ਚਾਹ ਜਾਂ ਕਾਫੀ ਪੀਂਦਾ ਤਾਂ ਉਹ ਵੀ ਹੋਰ ਵਾਧੂ ਚਾਹ ਜਾਂ ਕਾਫੀ ਦੇ ਕੱਪ ਦੇ ਪੈਸੇ ਜਮ੍ਹਾਂ ਕਰਾ ਦਿੰਦਾ, ਜੋ ਕਿਸੇ ਲੋੜਵੰਦ ਲਈ ਜਮ੍ਹਾਂ ਹੋ ਜਾਂਦੇ ਨੇ। ਇਸ ਤਰ੍ਹਾਂ ਦੇਣ ਵਾਲੇ ਦੇ ਮਨ ਵਿੱਚ ਹਉਮੈ ਨਹੀਂ ਪੈਦਾ ਹੁੰਦੀ ਅਤੇ ਨਾ ਲੈਣ ਵਾਲੇ ਦੇ ਮਨ ਵਿੱਚ ਹੀਨ ਭਾਵਨਾ ਪੈਦਾ ਹੁੰਦੀ ਹੈ। ਮੈਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਉਪਰਾਲੇ ਤੋਂ ਵੀ ਬਹੁਤ ਪ੍ਰਭਾਵਿਤ ਹਾਂ, ਜੋ ਕਿ ਮੂਲ ਰੂਪ ਵਿੱਚ ਗੁਰੂ ਨਾਨਕ ਦੇ 3 ਹੀ ਫਰਮਾਨਾਂ ਨੂੰ ਬੜੀ ਸਫਲਤਾਪੂਰਵਕ ਵਰਤੋਂ ਵਿੱਚ ਲਿਆ ਰਹੇ ਨੇ। ਅੱਜ ਦੁਨੀਆ ਭਰ ਵਿੱਚ ਇਸ ਦੇ ਪੈਦਾ ਕੀਤੇ ਹੋਏ ਵਿਦਿਆਰਥੀ, ਚੰਗੇ ਪ੍ਰਚਾਰਕ, ਵਿਦਵਾਨ, ਲੇਖਕ ਲੇਖਕ ਬਣ ਕੇ, ਪ੍ਰਚਾਰਕ ਬਣ ਕੇ, ਵਿਦਿਆਰਥੀ ਬਣ ਕੇ ਅਤੇ ਸੇਵਾਦਾਰ ਬਣ ਕੇ ਉੱਤਮ ਵਿਚਾਰਾਂ ਦਾ ਲੰਗਰ ਵਰਤਾ ਰਹੇ ਨੇ। ਕਿਸਾਨੀ ਅੰਦੋਲਨ ਦੌਰਾਨ ਤੁਸੀਂ ਸਿੱਖੀ ਜਜ਼ਬੇ ਦਾ ਸਿਖਰ ਵੀ ਦੇਖਿਆ। ਕਿਧਰੇ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਗਈ। ਕਿਸਾਨ ਅੰਦੋਲਨ ਦੀ ਜਿੱਤ ਹੀ ਅਸਲ ਵਿੱਚ ਸਿੱਖੀ ਜਜ਼ਬੇ ਦੀ ਜਿੱਤ ਸੀ। ਵੰਡ ਛਕੋ ਦਾ ਫਰਮਾਨ ਇੱਕ ਬਹੁਤ ਹੀ ਜ਼ਰੂਰੀ ਸਿੱਖਿਆ ਪ੍ਰਦਾਨ ਕਰਦਾ ਹੈ ਕਿ ਆਪਾਂ ਛਕਾਈਏ ਵੀ ਅਤੇ ਛਕੀਏ ਵੀ, ਦਈਏ ਵੀ ਅਤੇ ਲਈਏ ਵੀ। ਜਿੱਥੇ ਤੁਸੀਂ ਆਪਣਾ ਵਾਧੂ ਸਮਾਨ ਦਿੰਦੇ ਹੋ ਉੱਥੇ ਲੋੜੀਂਦਾ ਸਮਾਨ ਜੇ ਤੁਹਾਨੂੰ ਚਾਹੀਦਾ ਤੁਸੀਂ ਲੈ ਵੀ ਲਓ। ਇਸ ਨਾਲ ਮਨ ਵਿੱਚ ਨਿਮਰਤਾ, ਹਲੀਮੀ, ਦਇਆ, ਪਰਉਪਕਾਰ ਦੀ ਭਾਵਨਾ ਪੈਦਾ ਹੁੰਦੀ ਹੈ, ਜੋ ਸਾਨੂੰ ਪ੍ਰਭੂ ਦੇ ਗੁਰਪ੍ਰਸਾਦ ਲਈ ਦਰਵਾਜ਼ਾ ਖੋਲ੍ਹਦੀ ਹੈ। ਮੈਂ ਚਾਹੁੰਦਾ ਕਿ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ, ਹਰ ਤਰ੍ਹਾਂ ਦੀ ਸਹਾਇਤਾ ਲਈ ਅਤੇ ਲੋਕਾਂ ਦੀ ਸਭ ਤਰ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਵਾਰਨ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਇੱਕ ਵਿਸ਼ੇਸ਼ ਵਿਭਾਗ ਖੋਲ੍ਹਿਆ ਜਾਵੇ, ਕੰਟਰੋਲ ਰੂਮ ਖੋਲ੍ਹਿਆ ਜਾਵੇ। ਇਸ ਵਿੱਚ ਹਰ ਵਰਗ ਦਾ ਵਿਅਕਤੀ ਆਪਣਾ ਬਣਦਾ ਯੋਗਦਾਨ ਪਾਵੇ, ਜਿੱਥੇ ਕਿ ਡਾਕਟਰ, ਵਕੀਲ, ਜੱਜ, ਅਧਿਆਪਕ, ਪ੍ਰੋਫੈਸਰ, ਲੇਖਕ, ਬੁੱਧੀਜੀਵੀ, ਧਨਾੜ ਲੋਕ, ਮਨੋਵਿਗਿਆਨੀ, ਕਿਸਾਨ, ਔਰਤਾਂ, ਹੋਰ ਉਹ ਆਪਣਾ ਹਿੱਸਾ ਪਾਉਣ। ਮੈਨੂੰ ਯਾਦ ਹੈ ਕਿ 1982 ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਜਦੋਂ ਲੋਕਾਂ ਨੂੰ ਇਹ ਸੱਦਾ ਦਿੱਤਾ ਸੀ ਕਿ ਐਵੇਂ ਨਾ ਕਚਹਿਰੀਆਂ ਵਿੱਚ ਧੱਕੇ ਖਾਓ, ਆਪਣੇ ਸਾਰੇ ਝਗੜੇ, ਸ਼ਿਕਾਇਤਾਂ ਅਕਾਲ ਪੁਰਖ 'ਤੇ ਭੇਜੋ। ਲੋਕਾਂ ਨੇ ਗੱਲ ਮੰਨੀ। ਨਤੀਜਾ ਇਹ ਨਿਕਲਿਆ ਕਿ ਕਚਹਿਰੀਆਂ ਵਿੱਚ ਕਾਂ ਪੈਣ ਲੱਗੇ। ਲੋਕਾਂ ਦੇ ਝਗੜੇ ਮੁਫ਼ਤ ਵਿੱਚ, ਬਿਨਾਂ ਖੱਜਲ ਖੁਆਰੀ ਦੇ, ਬਿਨਾਂ ਦੇਰੀ ਦੇ ਹੋਣ ਲੱਗੇ, ਜਿਸ ਨਾਲ ਲੋਕਾਂ ਦਾ ਬਹੁਤ ਸਾਰਾ ਪੈਸਾ ਬਚ ਗਿਆ, ਬਹੁਤ ਸਾਰਾ ਸਮਾਂ ਬਰਬਾਦ ਹੋਣੋਂ ਬਚ ਗਿਆ, ਵਾਧੂ ਦੀ ਖੱਜਲ ਖੁਆਰੀ ਬਚ ਗਈ। ਵੰਡ ਛਕੋ ਅਧੀਨ ਤੁਸੀਂ ਆਪਣੀਆਂ ਸੇਵਾਵਾਂ ਕਿਸੇ ਵੀ ਰੂਪ ਵਿੱਚ ਲੋਕਾਂ ਨੂੰ ਸਮਰਪਣ ਕਰ ਸਕਦੇ ਹੋ। ਮੈਨੂੰ ਇੰਝ ਲੱਗਦਾ ਕਿ ਜਿਵੇਂ ਕਿਸਾਨ ਪਹਿਲਾਂ ਜ਼ਮੀਨ ਵਾਹ ਕੇ ਤਿਆਰ ਕਰਦਾ, ਉਸ ਵਿੱਚ ਘਾਹ ਫੂਸ ਚੁੱਕ ਕੇ ਬਾਹਰ ਸੁੱਟਦਾ, ਖੇਤ ਵਿੱਚ ਰੇਹ ਪਾਉਂਦਾ, ਸਿੰਜਾਈ ਕਰਦਾ, ਇਸ ਤਰ੍ਹਾਂ ਜ਼ਮੀਨ ਬੀਜ ਪਾਉਣ ਦੇ ਯੋਗ ਹੋ ਜਾਂਦੀ ਹੈ। ਇਹਨੂੰ ਕਹਿੰਦੇ ਨਾਮ ਜਪਣਾ। ਫਿਰ ਜ਼ਮੀਨ ਵਿੱਚ ਬੀਜ ਬੋ ਦੇਣਾ, ਫਿਰ ਉਸ ਨੂੰ ਸਮੇਂ-ਸਮੇਂ 'ਤੇ ਪਾਣੀ ਦੇਣਾ, ਖਾਦ ਪਾਉਣੀ, ਵਾਧੂ ਉੱਗਿਆ ਹੋਇਆ ਨਦੀਨ ਪੁੱਟ ਕੇ ਬਾਹਰ ਸੁੱਟਣਾ, ਗੁਡਾਈ ਕਰਨੀ, ਕੀੜੇ ਮਕੌੜਿਆਂ ਤੋਂ ਬਚਾਓ ਦਾ ਪ੍ਰਬੰਧ ਕਰਨਾ, ਅਵਾਰਾ ਪਸ਼ੂਆਂ ਤੋਂ ਵੀ ਬਚਾਓ ਕਰਨਾ। ਇਹ ਸਮਝੋ ਕਿਰਤ ਕਰਨੀ। ਜਦੋਂ ਫਿਰ ਫਸਲ ਪੱਕ ਗਈ, ਵੱਢ ਲਈ, ਮੰਡੀ ਵਿੱਚ ਵੇਚ ਕੇ ਗੁਜ਼ਾਰੇ ਜੋਗੀ ਰੱਖ ਲਈ, ਉਸ ਵਿੱਚੋਂ 10ਵਾਂ ਹਿੱਸਾ ਲੋੜਵੰਦਾਂ ਲਈ ਰੱਖ ਲਿਆ, ਜੋ ਕਿ ਲੋੜ ਅਨੁਸਾਰ ਵੰਡ ਦਿੱਤਾ ਜਾਵੇਗਾ, ਜੋ ਇਹ ਵੰਡ ਛਕਣਾ। ਇਸ ਤਰ੍ਹਾਂ ਅਸੀਂ ਕਿਸਾਨ ਵਾਂਗ ਇਹ ਤਿੰਨੋਂ ਹੀ ਆਦੇਸ਼ਾਂ ਦਾ, ਫਰਮਾਨਾਂ ਦਾ ਆਪਣੇ ਜੀਵਨ ਵਿੱਚ ਅਪਣਾਉਣ ਦਾ ਇੱਕ ਪਵਿੱਤਰ ਪ੍ਰਣ ਕਰੀਏ। ਚੰਗੇ ਨਿਰਮਲ ਵਿਚਾਰਾਂ ਦੀ ਖੇਤੀ ਕਰੀਏ, ਦਲੇਰੀ ਭਰੇ ਕਦਮ ਚੁੱਕਦੇ ਹੋਏ ਮੈਦਾਨ ਵਿੱਚ ਨਿਤਰੀਏ। ਅਖੀਰ ਵਿੱਚ ਮੈਂ ਇੱਕ ਹੋਰ ਗੱਲ ਸਪਸ਼ਟ ਕਰ ਦੇਵਾਂ ਕਿ ਗੁਰੂ ਨਾਨਕ ਦੇ ਇਹ 3 ਫਰਮਾਨ ਬੜੇ ਹੀ ਨਿਆਰੇ, ਨਿਰਾਲੇ ਅਤੇ ਅਦੁੱਤੀ ਹਨ।
ਇਹਨਾਂ ਦੀ ਲੋੜ ਅਨੁਸਾਰ ਸਹੀ ਜਗ੍ਹਾ, ਸਹੀ ਸਮੇਂ, ਸਹੀ ਲੋਕਾਂ ਲਈ ਵਰਤੋਂ ਕੀਤੀ ਜਾਵੇ। ਐਵੇਂ ਨਾ ਹਰੇਕ ਸਮੇਂ ਹਰੇਕ ਜਗ੍ਹਾ ਫਰੂਟੀਆਂ ਦਾ ਲੰਗਰ ਲਗਾ ਕੇ ਬਹਿ ਜਾਓ ਜਿੱਥੇ ਲੋੜ ਬਿਲਕੁਲ ਨਾ ਹੋਵੇ, ਅਤੇ ਅੱਗੋਂ ਤੁਹਾਨੂੰ ਤੁਹਾਡੇ ਵਿਰੋਧੀ ਬੇਸ਼ਰਮ ਆਖਣ। ਕਈ ਵਾਰੀ ਅਸੀਂ ਉੱਪਰਲੇ ਜਿਹੜੇ ਪਹਿਲੇ 2 ਫਰਮਾਨ ਹੈ ਉਹਨਾਂ ਨੂੰ ਅਣਗੌਲਿਆਂ ਕਰਕੇ ਸਿੱਧਾ ਤੀਜੇ ਫਰਮਾਨ 'ਤੇ ਪਹੁੰਚ ਜਾਂਦੇ ਹਾਂ, ਜਿਸ ਦੇ ਨਤੀਜੇ ਵਾਲੇ ਸੁਖਦਾਈ ਨਹੀਂ ਨਿਕਲਦੇ। ਆਪਣੀ ਅਣਖ ਅਤੇ ਗੈਰਤ ਨੂੰ ਕਾਇਮ ਰੱਖੋ, ਕੌਮ ਲਈ ਖੜ੍ਹੇ ਹੋਵੋ, ਗੁਰੂ ਨੂੰ ਯਾਦ ਰੱਖੋ, ਅੰਗ ਸੰਗ ਸਮਝੋ। ਸਿੱਖ ਇੱਕ ਵੱਖਰੀ ਕੌਮ ਹੈ, ਕੇਸਾਧਾਰੀ ਹਿੰਦੂ ਨਹੀਂ ਹਨ। ਗੁਰੂ ਸਾਹਿਬ ਨੇ ਸਪਸ਼ਟ ਕਰ ਦਿੱਤਾ, ਨਾ ਹਮ ਹਿੰਦੂ ਨਾ ਮੁਸਲਮਾਨ। ਫਿਰ ਕਿਹਾ, ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ 'ਤੇ ਗਿਆਨੀ ਸਿਆਣਾ। ਜਿਸ ਨੂੰ ਸਿੱਖ ਅਖਵਾਉਣ ਦਾ ਜਾਂ ਦਸਤਾਰ ਸਜਾਉਣ ਦਾ ਬਹੁਤਾ ਚਾਅ, ਉਹ ਆਪਣਾ ਆਪ ਛੱਡ ਕੇ ਉਹ ਗੁਰੂ ਨੂੰ ਸੌਂਪ ਕੇ ਆਪਣਾ ਆਪ ਆ ਸਕਦਾ। ਕੋਈ ਰੋਕ ਟੋਕ ਨਹੀਂ। ਗੁਰੂ ਨਾਨਕ ਦਾ ਦਰ ਉਸ ਲਈ ਸਦਾ ਖੁੱਲ੍ਹਾ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਭਲੀ ਕਰੇ। ਬਹੁਤ ਸਾਰਾ ਪਿਆਰ ਅਤੇ ਸਤਿਕਾਰ। ਵਸਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।